ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 68ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਝ ਮਹੱਲਾ ਚੌਥਾ। ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ, ਹਰ ਆਪੇ ਕਾਨੋ ਪਾਇਦਾ ਮੇਰੇ ਗੋਵਿੰਦਾ, ਹਰ ਆਪੇ ਗੋਪੀ ਖੋਜੀ ਜੀਓ, ਹਰ ਆਪੇ ਸਭ ਕੜ ਭੋਗਤਾ ਮੇਰੇ ਗੋਵਿੰਦਾ, ਆਪੇ ਰਸਿਆ ਭੋਗੀ ਜੀਓ, ਹਰ ਸਜਾਣ ਨਾ ਭੁੱਲਈ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਓ, ਆਪੇ ਜਗਤ ਪਾਇਦਾ ਮੇਰੇ ਗੋਵਿੰਦਾ, ਹਰ ਆਪ ਖੇਲੇ ਬਹੁਰੰਗੀ ਜੀਓ, ਇੱਕ ਨਾ ਭੋਗ ਪੁਗਾਇਦਾ ਮੇਰੇ ਗੋਵਿੰਦਾ, ਇੱਕ ਨਗਨ ਫਿਰੇ ਨੰਗੀ ਜੀਓ, ਆਪੇ ਜਗਤ ਉਪਾਇਦਾ ਮੇਰੇ ਗੋਵਿੰਦਾ, ਹਰ ਦਾਨ ਦੇਵੇ ਸਭ ਮੰਗੀ ਜੀਓ, ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ, ਹਰ ਕਥਾ ਮੰਗੇ ਹਰ ਚੰਗੀ ਜੀਓ, ਹਰ ਆਪੇ ਭਗਤ ਕਰਾਇਦਾ ਮੇਰੇ ਗੋਵਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ, ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ, ਰੱਬ ਰਿਆ ਨਹੀਂ ਦੂਰੀ ਜੀਓ, ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ, ਹਰ ਆਪ ਰਿਆ ਭਰਪੂਰੀ ਜੀਓ, ਹਰ ਆਤਮ ਰਾਮ ਪਸਰਿਆ ਮੇਰੇ ਗੋਵਿੰਦਾ, ਹਰ ਵੇਖੇ ਆਪ ਹਦੂਰੀ ਜੀਓ, ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਵਿੰਦਾ, ਹਰ ਆਪ ਵਜਾਏ ਤਿਉ ਵਾਜੇ ਜੀਓ, ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ, ਗੁਰ ਸਬਦੀ ਹਰ ਪ੍ਰਭ ਗਾਜੇ ਜੀਓ, ਆਪੇ ਸਰਨ ਪਵਾਇਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੇ ਜੀਓ, ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿਧ ਕਾਜੇ ਜੀਓ, ਆਪੇ ਸਰਨ ਪਾਇਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੇ ਜੀਓ, ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿਧ ਕਾਜੇ ਜੀਓ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਵੱਡੇ ਭਾਗਾਂ ਨਾਲ ਹੀ ਗੁਰਸ਼ਬਦ ਗੁਰਬਾਣੀ ਦਾ ਨਾਮ ਸਿਮਰਨ ਦੀ ਦਾਤ ਮਿਲਦੀ ਹੈ ਜੀ। ਅਤੇ ਗੁਰੂ ਜੀ ਕਹਿੰਦੇ ਹਨ ਸਾਡੇ ਅੰਦਰ ਪਰਮੇਸ਼ਰ ਆਪ ਹੀ ਬੈਠਾ ਹੋਇਆ ਹੈ ਜੀ, ਉਸ ਦਾ ਦਿੱਤਾ ਹੋਇਆ ਸਭ ਕੁਛ ਹੈ, ਉਸ ਦੇ ਸਾਡੇ ਸਵਾਸ ਉਸ ਦੇ ਦਿੱਤੇ ਹੋਏ ਹਨ ਜੀ। ਗੁਰੂ ਜੀ ਕਹਿੰਦੇ ਹਨ ਹੇ ਮੇਰੇ ਗੋਬਿੰਦ, ਹੇ ਮੇਰੇ ਪਿਆਰੇ, ਤੂੰ ਕੌਤਕੀ ਹੈ ਜੀ। ਹੇ ਭਾਈ ਮੇਰਾ ਪਰਮੇਸ਼ਰ ਹਰੀ ਚੋਜ ਕਰਨ ਵਾਲਾ ਹੈ ਜੀ, ਚੋਜੀ ਹੈ ਜੀ, ਭਾਵ ਕੌਤਕ ਕਰਨ ਵਾਲਾ ਹੈ ਜੀ। ਉਹ ਪਰਮੇਸ਼ਰ ਹਰੀ ਆਪ ਹੀ ਕ੍ਰਿਸ਼ਨ ਆਦਿ ਪੈਦਾ ਕਰਦਾ ਹੈ ਜੀ, ਅਤੇ ਉਸ ਪਰਮੇਸ਼ਰ ਹਰੀ ਨੇ ਆਪ ਹੀ ਕ੍ਰਿਸ਼ਨ ਦੀ ਖੋਜ ਕਰਨ ਵਾਲੀ ਗੋਪੀ ਪੈਦਾ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਆਪ ਹੀ ਸਾਰਿਆਂ ਦੇ ਹਿਰਦਿਆਂ ਵਿੱਚ ਬੈਠਾ ਸਭ ਪਦਾਰਥਾਂ ਨੂੰ ਭੋਗਦਾ ਹੈ ਜੀ, ਭਾਵ ਉਹ ਸਭਨਾਂ ਦੇ ਅੰਦਰ ਹੈ ਅਤੇ ਸਭ ਕੁਛ ਵੇਖ ਰਿਹਾ ਹੈ ਜੀ, ਅਤੇ ਆਪ ਹੀ ਰਸ ਲੈਣ ਵਾਲਾ ਅਥਵਾ ਭੋਗਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਹਰੀ ਬਹੁਤ ਸਿਆਣਾ ਹੈ ਜੀ, ਕਦੇ ਵੀ ਨਹੀਂ ਭੁੱਲਦਾ, ਉਹ ਆਪ ਹੀ ਸਤਿਗੁਰ ਰੂਪੀ ਜੋਗੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਆਪ ਹੀ ਸੰਸਾਰ ਪੈਦਾ ਕਰਦਾ ਹੈ ਜੀ, ਭਾਵ ਇਹ ਸ੍ਰਿਸ਼ਟੀ ਉਸਦੀ ਦੀ ਬਣਾਈ ਹੈ ਜੀ, ਅਤੇ ਆਪ ਹੀ ਅਨੇਕਾਂ ਰੰਗਾਂ ਵਿੱਚ ਖੇਡਦਾ ਹੈ ਜੀ। ਉਸਨੇ ਅਨੇਕਾਂ ਹੀ ਰੰਗ ਬਣਾਏ ਹੋਏ ਹਨ ਜੀ, ਕਈਆਂ ਨੂੰ ਅਨੇਕ ਤਰ੍ਹਾਂ ਦੇ ਲਾਭਦਾਇਕ ਪਦਾਰਥ ਦਿੰਦਾ ਹੈ ਜੀ, ਅਤੇ ਕਈ ਵਿਚਾਰੇ ਬਿਲਕੁਲ ਨੰਗੇ ਫਿਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਆਪ ਹੀ
ਜਗਤ ਨੂੰ ਪੈਦਾ ਕਰਦਾ ਹੈ ਜੀ, ਅਤੇ ਆਪ ਹੀ ਸਾਰੇ ਜਗਤ ਦੀ ਸਾਰਾ ਜਗਤ ਜੋ ਮੰਗਦਾ ਹੈ ਜੀ, ਉਹਨਾਂ ਨੂੰ ਉਹ ਦਾਨ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਪਰਮੇਸ਼ਰ ਹਰੀ ਦੇ ਭਗਤਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਆਧਾਰ ਹੈ ਜੀ। ਉਹ ਸਭ ਤੋਂ ਚੰਗੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਹਰ ਦੀ ਕਥਾ ਹੀ ਮੰਗਦੇ ਹਨ ਜੀ। ਭਾਵ ਗੁਰਮਤਿ ਦਾ ਜੀਵਨ ਦਾਨ ਮੰਗਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਆਪ ਆਪਣੇ ਭਗਤਾਂ ਤੋਂ ਗੁਰਸ਼ਬਦ ਗੁਰਬਾਣੀ ਭਗਤੀ ਕਰਵਾਉਂਦਾ ਹੈ ਜੀ। ਪਰਮੇਸ਼ਰ ਹਰੀ ਆਪ ਹੀ ਭਗਤਾਂ ਦੇ ਹਿਰਦੇ ਵਿੱਚ ਜੋ ਲੋਚਾ ਹੋਵੇ, ਜੋ ਲੋੜ ਹੋਵੇ, ਪੂਰੀ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਆਪ ਹੀ ਜਲ ਥਲ ਵਿੱਚ ਮੌਜੂਦ ਹੈ ਜੀ। ਭਾਵ ਰੱਬ ਰਿਹਾ ਹੈ ਜੀ, ਸਮਾਇਆ ਹੋਇਆ ਹੈ ਜੀ, ਅਤੇ ਆਪ ਹੀ ਸਭ ਪਾਸੇ ਵਿਆਪਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਸੇ ਤੋਂ ਦੂਰ ਨਹੀਂ ਹੈ ਜੀ, ਸਭ ਦੇ ਅੰਦਰ ਤੇ ਬਾਹਰ ਪਰਮੇਸ਼ਰ ਹਰੀ ਆਪ ਹੀ ਆਪ ਹੈ ਜੀ, ਅਤੇ ਪਰਮੇਸ਼ਰ ਹਰੀ ਆਪ ਹੀ ਭਰਪੂਰ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਨੇ ਆਪ ਹੀ ਆਤਮ ਰੂਪ ਹੋ ਕੇ ਸਾਰਾ ਪਸਾਰਾ, ਸਾਰੀ ਸ੍ਰਿਸ਼ਟੀ ਪਸਾਰਾ ਖਿਲਾਰਿਆ ਹੋਇਆ ਹੈ ਜੀ। ਭਾਵ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ ਜੀ, ਅਤੇ ਪਰਮੇਸ਼ਰ ਹਰੀ ਆਪ ਹੀ ਹਾਜ਼ਰ ਨਾਜ਼ਰ ਹੋ ਕੇ ਸਭ ਨੂੰ ਵੇਖ ਰਿਹਾ ਹੈ ਜੀ। ਭਾਵ ਸਭ ਕੁਝ ਪਰਮੇਸ਼ਰ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਆਪ ਹੀ ਸਭ ਦੇ ਅੰਦਰ ਪ੍ਰਾਣ ਕਲਾ ਰੂਪੀ ਵਾਜਾ ਵਜਾਉਂਦਾ ਹੈ ਜੀ, ਅਤੇ ਪਰਮੇਸ਼ਰ ਹਰੀ ਆਪ ਹੀ ਜਿਵੇਂ ਉਸ ਵਾਜੇ ਨੂੰ ਵਜਾਉਣ ਵਾਲਾ ਹੈ ਜੀ, ਅਤੇ ਉਹ ਵਾਜਾ ਵਜਾਉਂਦਾ ਭਾਵ ਸਵਾਸਾਂ ਰੂਪੀ ਵਾਜਾ ਵੱਜਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਹਰ ਇੱਕ ਜੀਵ ਦੇ ਅੰਦਰ ਪਰਮੇਸ਼ਰ ਹਰੀ ਗੁਰਸ਼ਬਦ ਗੁਰਬਾਣੀ ਦਾ ਨਾਮ ਰੂਪੀ ਖਜ਼ਾਨਾ ਦਿੰਦੇ ਹਨ ਜੀ, ਅਤੇ ਗੁਰੂ ਦੇ ਗੁਰਸ਼ਬਦ ਗੁਰਬਾਣੀ ਗੁਰਮਤਿ ਦੁਆਰਾ ਉਹ ਪਰਮੇਸ਼ਰ ਪ੍ਰਗਟ ਹੁੰਦਾ ਹੈ ਜੀ। ਭਾਵ ਉਸ ਦੇ ਨਾਲ ਪਛਾਣ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਆਪ ਹੀ ਆਪਣੇ ਸੇਵਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਆਪ ਹੀ ਭਗਤ ਜਨਾਂ ਦੀ ਲਾਜ ਰੱਖਦਾ ਹੈ ਜੀ। ਭਾਵ ਉਹਨਾਂ ਦੀ ਬੇਨਤੀ ਸੁਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਵਡਭਾਗੀ ਜੀਵ, ਤੂੰ ਵੀ ਪਰਮੇਸ਼ਰ ਹਰੀ ਦੀ ਗੁਰਸ਼ਬਦ ਗੁਰਬਾਣੀ ਰੂਪ ਸਤ ਸੰਗਤ ਵਿੱਚ ਮਿਲ, ਜਿੱਥੋਂ ਗੁਰਮਤਿ ਦੁਆਰਾ ਜੀਵਨ ਦੇ ਕਾਰਜ ਸਿੱਧੇ ਹੁੰਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਦੱਸਦੇ ਹਨ ਕਿ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਸੰਸਾਰ ਦਾ ਪਸਾਰਾ, ਅਦ੍ਰਿਸ਼ਟ ਨਾ ਦਿਸਣ ਵਾਲਾ, ਤ੍ਰਿਦ੍ਰਿਸ਼ਟਮਾਨ ਦਿਸਣ ਵਾਲਾ ਸੰਸਾਰ ਦਾ ਪਸਾਰਾ ਉਸ ਪਰਮੇਸ਼ਰ ਦੀ ਆਪਣੀ ਹੀ ਰਚੀ ਹੋਈ ਖੇਡ ਹੈ ਜੀ, ਅਤੇ ਉਹ ਇਹ ਸਾਰਾ ਖੇਡ ਤਮਾਸ਼ਾ ਉਸੇ ਦਾ ਹੀ ਰਚਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸ਼ਬਦ ਵਿੱਚ ਸਮਾਨ ਦ੍ਰਿਸ਼ਟੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਆਪੇ ਆਪੇ ਰਸੀਆ ਭੋਗੀ ਜੀਓ, ਅਤੇ ਆਪੇ ਸਤਿਗੁਰ ਜੋਗੀ ਜੀਓ ਦੇ ਅਦਭੁਤ ਦ੍ਰਿਸ਼ ਗੁਰਸ਼ਬਦ ਗੁਰਬਾਣੀ ਨਾਮ ਰੰਗਾਂ ਵਿੱਚ ਮਾਨਣ ਵਾਲੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੀ ਅਚਰਜ ਕਲਾ ਦੀ ਵਰਦਾਨ ਆਤਮ ਰਸੀਆਂ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਵੱਧ ਤੋਂ ਵੱਧ ਲਗਨ ਪੈਦਾ ਕਰਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਉਹ ਅੰਦਰ ਅਤੇ ਬਾਹਰ ਉਸ ਨੂੰ ਹਾਜ਼ਰ ਨਾਜ਼ਰ ਸਮਝਦੇ ਹਨ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।